ਮੇਰੀ ਖੋਜ ਮੇਰੀ ਜ਼ਬਾਨੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਖੇਤਰਾਂ ਦੇ ਵਿੱਚ ਖੋਜ ਕਰਨ ਵਾਲੇ ਖੋਜਾਰਥੀਆਂ ਦੇ ਤੁਹਾਨੂੰ ਰੂਬਰੂ ਕਰਦੇ ਹਾਂ। ਅੱਜ ਸਾਡੇ ਨਾਲ ਸਟੂਡੀਓ 'ਚ ਸ਼ਾਮਲ ਹੋਏ ਨੇ ਡਾਕਟਰ ਗਿੰਦਰ ਸਿੰਘ ਜੀ। ਡਾਕਟਰ ਗਿੰਦਰ ਸਿੰਘ ਹੋਰਾਂ ਨੇ ਢੋਲ ਉੱਤੇ ਆਪਣੀ PhD ਦਾ ਖੋਜ ਕਾਰਜ ਕੀਤਾ ਹੈ। ਅੱਜ ਇਹਨਾਂ ਤੋਂ ਜਾਣਾਂਗੇ ਇਹਨਾਂ ਨੇ ਖੋਜ ਕਾਰਜ ਦੌਰਾਨ ਕੀ ਇਹਨਾਂ ਦੇ ਸਿੱਟੇ ਸਾਹਮਣੇ ਆਏ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਇਹੀ ਵਿਸ਼ਾ ਕਿਉਂ ਚੁਣਿਆ? ਅਸਲ ਦੇ ਵਿੱਚ ਇਹ ਹੈ, ਜਦੋਂ ਇਹ ਵਿਸ਼ਾ ਚੁਣਨ ਬਾਰੇ ਗੱਲ ਹੋਈ ਤਾਂ ਜਦੋਂ ਅਸੀਂ ਢੋਲ ਨੂੰ ਸ਼ੁਰੂ ਤੋਂ ਦੇਖਦੇ ਹਾਂ ਤਾਂ ਢੋਲ ਆ ਜਿਹੜਾ ਵੱਖ-ਵੱਖ, ਜਦੋਂ ਪੰਜਾਬ ਦੇ ਵਿੱਚ ਪੰਜਾਬ ਦੀ ਇਕੱਲੇ ਦੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਪ੍ਰਸਪੈਕਟਿਵ ਤੋਂ ਅਸੀਂ ਢੋਲ ਨੂੰ ਸਾਰੇ ਨੂੰ ਦੇਖਿਆ ਤਾਂ ਉਹਦੇ ਵਿੱਚ ਕੀ ਹੈ, ਪੰਜਾਬ ਦੇ ਵਿੱਚ ਜਿਵੇਂ ਬਹੁਤ ਸਾਰੇ ਇਹਦੇ ਈਵੈਂਟ ਆ ਜਿਨ੍ਹਾਂ ਦੇ ਉੱਪਰ ਢੋਲ ਵੱਜਦਾ, ਚਾਹੇ ਉਹ ਛਿੰਝ ਹੋਵੇ, ਦਰਗਾਹ ਦੇ ਉੱਪਰ ਢੋਲ ਵੱਜਦਾ ਹੋਵੇ, ਚਾਹੇ ਵਿਆਹ ਹੋਵੇ, ਬੱਚੇ ਦਾ ਜਨਮ ਹੋਵੇ, ਕੋਈ ਤਿਉਹਾਰ ਹੋਵੇ ਜਾਂ ਕਿਸੇ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨ 'ਚ ਸਟੇਜਾਂ ਦੇ ਉੱਪਰ, ਸੰਗੀਤਕ ਸਟੇਜਾਂ 'ਤੇ ਤਾਂ ਜਦੋਂ ਢੋਲ ਵੱਜਦਾ ਤਾਂ ਉਹ ਉਸ ਤੋਂ ਦੂਜੇ ਪਾਸੇ ਜਦੋਂ ਅਸੀਂ ਜਾਂਦੇ ਹਾਂ ਤਾਂ ਜਦੋਂ ਸਾਹਿਤ ਦੇ ਵਿੱਚ ਢੋਲ, ਅਸੀਂ ਜਿਵੇਂ ਗਲ ਪਿਆ ਢੋਲ ਵਜਾਉਣਾ ਜਾਂ ਢੋਲ ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ, ਮੁਹਾਵਰੇ, ਅਖਾਣਾਂ ਤਾਂ ਗੀਤ, ਲੋਕ ਗੀਤ ਜਦੋਂ ਮਿਲ ਜਾਂਦੇ ਆ ਤਾਂ ਉਹ ਜਦੋਂ ਅਸੀਂ ਉਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਦੇਖਿਆ ਤਾਂ ਫਿਰ ਉਹ ਦੋਨਾਂ ਦਾ ਅਧਿਐਨ ਕਰਨ ਦੇ ਲਈ ਅਸੀਂ ਇਸ ਵਿਸ਼ੇ ਵੱਲ ਗਏ ਵੀ ਇਸ ਨੂੰ ਆਪਾਂ ਕਿਸ ਤਰ੍ਹਾਂ ਨਾਲ ਦੇਖੀਏ। ਤਾਂ ਫਿਰ ਇਹ ਸਾਡਾ ਮਨ ਬਣਿਆ ਵੀ ਸੀ ਇਸ ਵਿਸ਼ੇ ਨੂੰ ਆ ਜਿਹੜਾ ਚੁਣਿਆ। ਤੁਹਾਡੀ ਅਧਿਐਨ ਵਿਧੀਆਂ ਕੀ ਰਹੀਆਂ ਇਸ ਖੋਜ ਕਾਰਜ ਦੌਰਾਨ? ਅਧਿਐਨ ਵਿਧੀਆਂ ਐਕਚੁਅਲੀ ਇਹਦੇ ਵਿੱਚ ਜਿਹੜੀ ਅਧਿਐਨ ਵਿਧੀ ਹੈ ਜਿਹੜੀ ਉਹ ਅਸੀਂ ਸੱਭਿਆਚਾਰਕ ਅਧਿਐਨ ਵਿਧੀ ਹੈ ਜਿਹੜੀ ਅਪਣਾਈ ਹੈ। ਤੇ ਸੱਭਿਆਚਾਰਕ ਅਧਿਐਨ ਵਿਧੀ ਨੂੰ ਜਦੋਂ ਜੇਕਰ ਥੋੜ੍ਹਾ ਜਿਹਾ ਉਹਦੇ 'ਚ ਬਹੁਤ ਘੱਟ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਜਿਹੜੀ ਖਾਸ ਕਰਕੇ ਇਹਦੇ ਵਿੱਚ ਜਿਹੜਾ ਮੈਂ ਆਧਾਰ ਬਣਾਇਆ ਇਸ ਨੂੰ ਸੱਭਿਆਚਾਰਕ ਅਧਿਐਨ ਵਿਧੀ ਨੂੰ, ਤਾਂ ਉਹ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਦੀਆਂ ਜਿਹੜੀਆਂ ਇਸ ਬਾਰੇ ਧਾਰਨਾਵਾਂ ਸੱਭਿਆਚਾਰਕ ਅਧਿਐਨ ਵਿਧੀ ਬਾਰੇ ਉਹਨਾਂ ਨੂੰ ਆਧਾਰ ਬਣਾਇਆ। ਤਾਂ ਜਿਸ ਤਰ੍ਹਾਂ ਉਸ ਦੇ ਵਿੱਚ ਜਿਹੜੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ, ਸਾਨੂੰ ਧਾਰਨਾ ਬਾਰੇ ਜ਼ਰੂਰ ਥੋੜਾ ਸੰਖੇਪ ਦੱਸੋ। ਹਾਂਜੀ, ਤਾਂ ਉਹਨਾਂ ਦੀ ਜਿਹੜੀ ਮੋਟੇ ਤੌਰ ਤੇ ਧਾਰਨਾ ਇਹ ਹੈ ਵੀ ਜਿਹੜੀ ਸੱਭਿਆਚਾਰਕ ਅਧਿਐਨ ਵਿਧੀ ਆ, ਸਮਾਜ ਵਿੱਚ ਮੌਜੂਦ ਜਿਹੜੇ ਹਿੱਤ ਤੇ ਵਿਚਾਰਧਾਰਾਵਾਂ ਦੇ ਆਪਸੀ ਸੰਬੰਧਾਂ ਦੇ ਜਿਹੜੇ ਇਤਿਹਾਸਕ ਆਧਾਰ ਹੈ, ਇਤਿਹਾਸਕ ਆਧਾਰਾਂ ਨੂੰ ਅਸੀਂ ਸਭ ਤੋਂ ਪਹਿਲਾਂ ਪਛਾਣਨਾ ਤਾਂ ਫਿਰ ਉਹਨਾਂ ਦਾ ਜਿਹੜਾ ਉਸ ਦੇ ਲੱਛਣਾਂ ਨੂੰ ਉਭਾਰਨਾ ਤਾਂ ਉਹ ਜਿਹੜੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਵਸਤੂ ਹੈ ਉਹ ਜਿਹੜੇ ਅਰਥ ਸੰਚਾਰ ਕਰ ਰਹੀ ਹੈ ਜਾਂ ਅਰਥ ਸਿਰਜਣ ਕਰ ਰਹੀ ਹੈ ਤਾਂ ਉਹ ਇਹਨਾਂ ਆਧਾਰਾਂ ਦੇ ਉੱਪਰ ਅਸੀਂ ਇਸੇ ਤਰ੍ਹਾਂ ਢੋਲ ਨੂੰ ਅਸੀਂ ਫਿਰ ਦੇਖਿਆ। ਮੈਂ ਉਹੀ ਜਾਣਨਾ ਚਾਹੁੰਦਾ ਸੀ ਕਿ ਇਸ ਜਿਹੜਾ ਤੁਸੀਂ ਮਾਡਲ ਅਡਾਪਟ ਕੀਤਾ ਆਪਣੇ ਖੋਜ ਕਾਰਜ ਦੇ ਦੌਰਾਨ, ਇਸ ਅਡਾਪਟ ਮਾਡਲ ਦੇ ਕੰਟੈਕਸਟ 'ਚ ਤੁਸੀਂ ਇਹਦੀ ਕਿਵੇਂ ਵਿਆਖਿਆ ਕਰਦੇ ਹੋ? ਵਿਆਖਿਆ ਅਸਲ ਦੇ ਵਿੱਚ ਮਾਡਲ ਜਦੋਂ ਸੱਭਿਆਚਾਰਕ ਅਧਿਐਨ ਵਿਧੀ ਦੇ ਵਿੱਚ ਅਸੀਂ ਇਹਨੂੰ ਪਾਉਂਦੇ ਹਾਂ ਤਾਂ ਉਸ ਦੇ ਵਿੱਚ ਇਹਦਾ ਸਭ ਤੋਂ ਪਹਿਲਾਂ ਇਤਿਹਾਸ ਆ ਜਾਂਦਾ ਜੀ। ਠੀਕ ਹੈ, ਇਤਿਹਾਸ ਅਸੀਂ ਦੇਖਦੇ ਹਾਂ। ਇਤਿਹਾਸ ਜਦੋਂ ਵੇਖਦੇ ਹਾਂ ਤਾਂ ਫਿਰ ਨਾਲ ਦੀ ਨਾਲ ਜਿਹੜਾ ਇਹ ਫਿਰ ਜਿਵੇਂ ਹੁਣ ਦੇਖੋ ਤੁਸੀਂ ਢੋਲ ਆ, ਜਿਹੜਾ ਢੋਲ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਚਿੰਨ੍ਹ ਬਣ ਗਿਆ ਇਹ, ਤਾਂ ਇਹ ਚਿੰਨ੍ਹ ਕਿਵੇਂ ਬਣਦਾ ਤਾਂ ਅਸੀਂ ਚਿੰਨ੍ਹ ਵਿਗਿਆਨ ਵੀ ਨਾਲ ਦੇਖਦੇ ਹਾਂ। ਤਾਂ ਫਿਰ ਜਦੋਂ ਚਿੰਨ੍ਹ ਵਿਗਿਆਨ ਦੇਖਦੇ ਆ ਤਾਂ ਉਹ ਫਿਰ ਸਮਾਜ ਸ਼ਾਸਤਰੀ ਅਧਿਐਨ ਵੀ ਉਹਦਾ ਆ ਜਾਂਦਾ, ਫਿਰ ਇਸ ਸਮਾਜ ਦੇ ਵਿੱਚ ਉਹਦੀ ਕਿਸ ਤਰ੍ਹਾਂ ਦੀ ਰੋਲ ਕਿਸ ਤਰ੍ਹਾਂ ਦਾ ਉਹ ਦੇਖਦੇ ਆ। ਤਾਂ ਇਹ ਫਿਰ ਸਾਰੀਆਂ ਵਿਧੀਆਂ ਜਿਹੜੀ ਇਹਦੇ ਵਿੱਚ ਲਗਾਈਆਂ ਜੀ। ਤੁਸੀਂ ਇਤਿਹਾਸ ਦੀ ਗੱਲ ਕੀਤੀ ਤਾਂ ਆਪਾਂ ਢੋਲ ਦੇ ਇਤਿਹਾਸ ਬਾਰੇ ਗੱਲ ਕਰ ਲੈਂਦੇ ਆ। ਸਾਨੂੰ ਢੋਲ ਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ? ਸਾਡੀ ਸੁਸਾਇਟੀ ਦੇ ਵਿੱਚ ਕਦੋਂ ਕਿ ਸਾਜ਼ ਜਿਹੜਾ ਆ ਜਾਂਦਾ ਹੈ? ਇਹੀ ਅਸਲ ਦੇ ਵਿੱਚ ਮੇਰਾ ਜਿਹੜਾ ਸਭ ਤੋਂ ਵੱਡਾ ਮੇਰਾ ਆਪਣਾ ਵੀ ਸੀ ਨਾ ਜਿਹੜਾ ਇਸ ਬਾਰੇ ਹੀ ਸੀਗਾ, ਕਿਉਂਕਿ ਜਦੋਂ ਮੈਂ ਵੀ ਢੋਲ ਦੇਖਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਢੋਲ ਸ਼ੁਰੂ ਤੋਂ, ਜਿਵੇਂ ਹੁਣ ਦੇਖੋ ਗਲ ਦੇ ਵਿੱਚ ਢੋਲ ਪਾ ਲੈਂਦੇ ਆ, ਤਾਂ ਮੈਨੂੰ ਇਹ ਲੱਗਦਾ ਨਹੀਂ ਸੀਗਾ ਵੀ ਢੋਲ ਸ਼ੁਰੂ ਤੋਂ ਐਡਾ ਹੀ ਹੋਊਗਾ ਤਾਂ ਇਹਨੇ ਕਿਵੇਂ ਰੂਪ ਬਦਲਿਆ। ਇਹਨੂੰ ਬੜੀ ਉਤਸੁਕਤਾ ਦੇ ਨਾਲ ਦੇਖਿਆ ਤਾਂ ਢੋਲ ਦੇ ਨਾ ਜਿਹੜਾ ਇਹ ਢੋਲ ਦਾ ਚੈਪਟਰ ਸੀ ਇਤਿਹਾਸ ਵਾਲਾ, ਇਸ ਦੇ ਵਿੱਚ ਜਦੋਂ ਦੇਖਦੇ ਹਾਂ ਅਸੀਂ ਤਾਂ ਸਾਨੂੰ ਢੋਲ ਬਾਰੇ ਮਿੱਥਾਂ ਮਿਲ ਜਾਂਦੀਆਂ, ਬਹੁਤ ਸਾਰੀਆਂ ਮਿੱਥਾਂ ਦੇ ਵਿੱਚ ਢੋਲ ਦੀ ਉਤਪਤੀ ਵੱਖ-ਵੱਖ ਦੇਵਤਿਆਂ ਨਾਲ ਜੋੜੀ ਜਾਂਦੀ ਹੈ। ਫਿਰ ਉਹਦੇ ਨਾਲ ਦੀ ਨਾਲ ਹੀ ਸਾਨੂੰ ਇਹਦੇ ਬਿਰਤਾਂਤ ਮਿਲ ਜਾਂਦੇ ਆ ਢੋਲ ਦੇ, ਉਹਨਾਂ ਬਿਰਤਾਂਤਾਂ ਨੂੰ ਅਸੀਂ ਮੌਖਿਕ ਤੇ ਲਿਖਤ ਦੋਨਾਂ ਨੂੰ ਦੇਖਿਆ। ਤਾਂ ਫਿਰ ਉਸ ਤੋਂ ਬਾਅਦ ਜਦੋਂ ਅੱਗੇ ਅਸੀਂ ਜਾਂਦੇ ਹਾਂ, ਜਦੋਂ ਅਸੀਂ ਇਹਦੀਆਂ ਸੰਗੀਤਕ ਪੁਸਤਕਾਂ ਦੇ ਇਤਿਹਾਸ ਦੇ ਵਿੱਚੋਂ ਦੇਖਦੇ ਹਾਂ ਤਾਂ ਜਾਂ ਅਸੀਂ ਵੇਦਾਂ ਦੇ ਅਧਿਐਨ ਤੋਂ ਦੇਖਦੇ ਹਾਂ ਇਹਨੂੰ, ਤਾਂ ਸ਼ੁਰੂ ਤੋਂ ਢੋਲ ਆ ਐਕਚੁਅਲੀ ਜਿਹੜਾ ਇਹ ਇਸ ਤਰ੍ਹਾਂ ਦਾ ਨਹੀਂ ਸੀਗਾ। ਤਾਂ ਜਿਹੜਾ ਜਿਹੜਾ ਸਭ ਤੋਂ ਆਰੰਭ ਜਦੋਂ ਅਸੀਂ ਕਰਦੇ ਹਾਂ ਤਾਂ ਆਰੰਭ ਸਾਨੂੰ ਜਿਹੜੀ ਵੈਦਿਕ ਸੰਸਕ੍ਰਿਤੀ ਹੈ ਜਿਹੜੀ ਸਾਡੀ, ਉਸ ਦੇ ਵਿੱਚੋਂ ਜਿਹੜੇ ਵੇਦਾਂ ਦੇ ਵਿੱਚ ਢੋਲ ਮਿਲਦਾ ਤਾਂ ਵੇਦਾਂ ਦੇ ਵਿੱਚ ਕਿਤੇ ਢੋਲ ਨਾਮ ਨਹੀਂ ਮਿਲਦਾ, ਉਹਦੇ ਵਿੱਚ ਸਾਨੂੰ ਦੁਦੰਬੀ ਮਿਲਦਾ ਜਾਂ ਭੂਮੀ ਦੁਦੰਬੀ ਮਿਲਦਾ। ਤਾਂ ਦੁਦੰਬੀ ਜਾਂ ਭੂਮੀ ਦੁਦੰਬੀ ਹੈ, ਜਿਹੜੀ ਭੂਮੀ ਦੁਦੰਬੀ ਦੀ ਤਾਂ ਬਣਤਰ ਹੈ ਜਿਹੜੀ ਉਹਨਾਂ ਨੇ ਦੱਸੀ ਹੈ, ਜਿਹੜੀ ਉਹ ਵੀ ਸਾਨੂੰ ਮਿਲ ਜਾਂਦੀ ਹੈ ਜਿਹੜੀ ਉਹਨਾਂ ਹਵਾਲਿਆਂ ਦੇ ਵਿੱਚ ਹੀ, ਵੀ ਉਹ ਕਿਸ ਤਰ੍ਹਾਂ ਦਾ ਢੋਲ ਹੁੰਦਾ ਸੀ, ਵੀ ਧਰਤੀ ਦੇ ਵਿੱਚ ਇੱਕ ਟੋਆ ਪੱਟਿਆ ਜਾਂਦਾ ਸੀ
ਤਾਂ ਟੋਏ ਦੇ ਉੱਪਰ ਇੱਕ ਖੱਲ ਆ ਜਿਹੜੀ ਚਾਰੇ ਕਿੱਲੀਆਂ ਦੇ ਨਾਲ ਲਗਾ ਦਿੱਤੀ ਜਾਂਦੀ ਸੀ, ਤਾਂ ਉਹਦੇ ਉੱਪਰ ਉਸੇ ਜਾਨਵਰ ਦੀ ਪੂਛ ਦੇ ਨਾਲ ਪ੍ਰਹਾਰ ਕਰਕੇ ਆ ਜਿਹੜਾ, ਜਾਂ ਉਹਦੇ ਉੱਪਰ ਵਾਰ ਕਰਕੇ ਚੋਟ ਕਰਕੇ ਉਹਦੇ ਚੋਂ ਆਵਾਜ਼ ਉਤਪੰਨ ਕਰੀ ਜਾਂਦੀ ਸੀ। ਅੱਗੇ ਜਾ ਕੇ ਜਦੋਂ ਫਿਰ ਵੈਦਿਕ ਕਾਲ ਆ ਜਾਂਦਾ, ਉਹ ਅਲੱਗ-ਅਲੱਗ ਕਾਲਾਂ ਦੇ ਵਿੱਚ ਵੰਡ ਕੇ ਦੇਖਿਆ ਸੀ ਇਹਨੂੰ। ਜਿਹੜਾ ਵੈਦਿਕ ਕਾਲ ਆ ਜਾਂਦਾ ਲਗਭਗ 1000 ਈਸਵੀ ਪੂਰਵ ਤੋਂ ਅਸੀਂ ਉਹਨੂੰ ਦੇਖਿਆ, ਤਾਂ ਉਹਦੇ ਵਿੱਚ ਜਿਹੜਾ ਢੋਲ ਆ, ਢੋਲ ਫਿਰ ਜਿਹੜਾ ਅਸੀਂ ਇਹ ਇੱਕ ਥੋੜਾ ਪਰਿਵਰਤਿਤ ਰੂਪ ਦੇ ਵਿੱਚ ਹੋ ਜਾਂਦਾ, ਜਿਹੜਾ ਇਹ ਪਰਿਵਰਤਨ ਕਰਨਾ ਸ਼ੁਰੂ ਹੋ ਜਾਂਦਾ, ਯਾਨੀ ਉਸੇ ਦੇ ਆਧਾਰ ਦੇ ਵਿੱਚ ਹੀ ਆ ਜਿਹੜਾ ਢੋਲ ਆ, ਤਾਂ ਫਿਰ ਉਹ ਇੱਕ ਨਗਾਰਾ ਰੂਪ ਆ ਜਿਹੜਾ ਧਾਰਨ ਕਰ ਲੈਂਦਾ। ਤਾਂ ਸਾਡੇ ਕੋਲੇ ਦੁਦੰਬੀ ਤਾਂ ਰਹਿੰਦਾ ਹੀ ਰਹਿੰਦਾ, ਪਰ ਜਦੋਂ ਅਸੀਂ ਅੱਗੇ ਆ ਕੇ ਫਿਰ ਸਾਡੇ ਕੋਲੇ ਉਸ ਵੈਦਿਕ ਕਾਲ ਦੇ ਵਿੱਚ ਜੋ ਦੇਖਦੇ ਹਾਂ 800 ਈਸਵੀ ਤੱਕ ਦੇਖਿਆ, 1000 ਈਸਵੀ ਪੂਰਵ ਤੋਂ 800 ਈਸਵੀ ਤੱਕ ਦੇਖਦੇ ਹਾਂ, ਤਾਂ ਸਾਨੂੰ ਜਦੋਂ ਫਿਰ ਸਾਡੇ ਕੋਲੇ ਪਹਿਲੀ ਜਾਂ ਦੂਜੀ ਈਸਵੀ ਦੇ ਵਿੱਚ ਆ ਜਿਹੜਾ ਸਾਨੂੰ ਨਾਟਯ ਸ਼ਾਸਤਰ ਮਿਲ ਜਾਂਦਾ ਭਰਤ ਮੁਨੀ ਦਾ। ਤਾਂ ਫਿਰ ਭਰਤ ਮੁਨੀ ਜਿਹੜੇ ਉਹ ਇੱਕ ਉਹਦੇ ਵਿੱਚ ਉਹਨਾਂ ਨੇ ਇੱਕ ਕਥਾ ਦਿੱਤੀ ਹੋਈ ਆ ਭਰਤ ਮੁਨੀ ਨੇ। ਉਹ ਕਥਾ ਦੇ ਵਿੱਚ ਕੀ ਆ, ਉਹ ਦੇਵਤਿਆਂ ਦਾ ਸਾਜ਼ ਮੰਨਿਆ ਜਾਂਦਾ, ਜਿਹੜਾ ਦੁਦੰਬੀ ਹੈ ਦੇਵਤਿਆਂ ਦਾ ਸਾਜ਼ ਮੰਨਿਆ ਜਾਂਦਾ, ਕਿਉਂਕਿ ਵੇਦਾਂ ਤੋਂ ਸ਼ੁਰੂ ਹੋਇਆ, ਤਾਂ ਉਹ ਦੇਵਤਿਆਂ ਦਾ ਉਹਨੇ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਚਿੰਨਤ ਰੂਪ ਇਹ ਜਿਹੜਾ ਬਦਲਵਾਂ ਜਿਹੜਾ ਹੁਣ ਅੱਜ ਅਜੋਕਾ ਢੋਲ ਹੈ, ਇਹ ਕਦੋਂ ਤੋਂ ਮਤਲਬ ਆ ਜਾਂਦਾ ਸਾਡੀ? ਹਾਂ, ਇਸ ਸਥਿਤੀ ਆ ਰਿਹਾ ਜੀ। ਹਾਂਜੀ, ਤਾਂ ਇਹਦੇ ਚ ਜਦੋਂ ਅਸੀਂ ਦੇਖਦੇ ਆ ਨਾ, ਜਿਹੜਾ ਨਾਟਯ ਸ਼ਾਸਤਰ ਦੇਖਦੇ ਆ, ਤਾਂ ਨਾਟਯ ਸ਼ਾਸਤਰ ਦੇ ਵਿੱਚ ਜਿਹੜੇ ਭਰਤ ਮੁਨੀ ਆ ਉਹ ਇੱਕ ਕਥਾ ਪੇਸ਼ ਕਰਕੇ ਉਹ ਇਹਦੇ ਤੋਂ ਇੱਕ ਮੁਰਜ ਸਾਜ਼ ਬਣਾਉਣ ਦੀ ਗੱਲ ਕਰਦੇ ਆ। ਤੇ ਜਿਹੜਾ ਮੁਰਜ ਐਕਚੁਅਲੀ ਇੱਕ ਮਰਦੰਗ ਟਾਈਪ ਸਾਜ਼ ਆ। ਮਰਦੰਗ ਜਿਵੇਂ ਜੇਕਰ ਸੌਖੇ ਸ਼ਬਦਾਂ ਦੀ ਗੱਲ ਕਰਨੀ ਹੋਵੇ ਤਾਂ ਜਿਵੇਂ ਆਪਾਂ ਢੋਲਕੀ ਦੇਖਦੇ ਆ, ਸ਼ੁੱਧ ਢੋਲਕੀ ਆ, ਉਸ ਕਿਸਮ ਦਾ ਸਾਜ਼ ਆ ਜਿਹੜਾ ਹੁੰਦਾ, ਤੇ ਪਰ ਉਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਸ਼ਾਸਤਰੀ ਸਾਜ਼ ਆ। ਤਾਂ ਉਹਦੀ ਨਾਟਯ ਜਿਹੜੀ ਭਰਤ ਮੁਨੀ ਹੈ ਜਿਹੜੀ ਉਹਦੀ ਪੂਰੀ ਦੀ ਪੂਰੀ ਉਹ ਦਿੰਦੇ ਆ, ਤੇ ਢੋਲ ਤੋਂ ਉਸ ਪਰਿਵਰਤਿਤ ਰੂਪ ਆ ਜਿਹੜਾ ਬਣ ਜਾਂਦਾ। ਯਾਨੀ ਅਸੀਂ ਫਿਰ ਉਸ ਤੋਂ ਬਾਅਦ ਇਹ ਦੇਖਿਆ ਵੀ ਅਸੀਂ ਜਿਹੜਾ ਢੋਲ ਜਦੋਂ ਉਹ ਮੁਰਜ ਬਣਾਉਂਦੇ ਆ ਤਾਂ ਮੁਰਜ ਮਰਦੰਗ ਵਰਗਾ, ਤਾਂ ਇੱਕ ਮਰਦੰਗ ਟਾਈਪ ਸਾਜ਼ ਆ ਜਿਹੜਾ ਇਹ ਬਣ ਜਾਂਦਾ। ਤਾਂ ਫਿਰ ਇਹ 12ਵੀਂ ਸਦੀ ਤੱਕ ਨਹੀਂ ਚੱਲਦਾ, ਤੇ 12ਵੀਂ ਸਦੀ ਦੇ ਵਿੱਚ ਜਿਹੜਾ ਸੰਗੀਤ ਰਤਨਾਕਰ ਜਿਹੜਾ ਇਹਨਾਂ ਦਾ ਗ੍ਰੰਥ ਮਿਲ ਜਾਂਦਾ ਸਾਨੂੰ, ਸੰਗੀਤ ਰਤਨਾਕਰ ਆ ਜਿਹੜਾ, ਸੰਗੀਤ ਰਤਨਾਕਰ ਦੇ ਵਿੱਚ ਆ ਜਿਹੜੀ ਇਸੇ ਪ੍ਰਕਾਰ ਦਾ ਇੱਕ ਸਾਜ਼ ਮਰਦਲ ਦਿੱਤਾ ਜਾਂਦਾ। ਤਾਂ ਉਹ ਮਰਦਲ ਵੀ ਆ ਜਿਹੜਾ, ਮਰਦਲ ਦੀ ਫਿਰ ਉਹ ਸੰਗੀਤ ਰਤਨਾਕਰ ਦੇ ਵਿੱਚ ਇੱਕ ਪੂਰੀ ਦੀ ਪੂਰੀ ਇਹਨਾਂ ਨੇ ਉਹ ਦਿੱਤੀ ਹੋਈ ਆ ਵੀ ਉਹ ਕਿਸ ਕਿਸਮ ਦਾ ਸਾਜ਼ ਹੈ। ਤਾਂ ਹੁਣ ਉਹ ਜਦੋਂ ਕਿਸ ਇੱਥੋਂ ਜਾ ਕੇ ਜਿਹੜਾ ਤੁਸੀਂ ਇਹ ਜੇ ਢੋਲ ਦੀ ਗੱਲ ਕੀਤੀ, ਜਿਹੜਾ ਵਰਤਮਾਨ ਢੋਲ ਉਹਦੇ ਵਿੱਚ ਇੱਥੋਂ ਹੀ ਜਾ ਕੇ ਸਾਨੂੰ ਜਿਹੜੇ ਉਹਦੇ ਥੋੜੇ ਅੰਸ਼ਕ ਰੂਪ ਚ ਪਤਾ ਲੱਗਦਾ, ਕਿਉਂਕਿ ਜਿਹੜੀ ਸੰਗੀਤ ਰਤਨਾਕਰ ਦੇ ਵਿੱਚ ਜਿਹੜੀ ਦਿੱਤੀ ਹੋਈ ਆ ਬਣਤਰ ਉਹਦੀ ਮਰਦਲ ਦੀ, ਤਾਂ ਉਹ ਬਣਤਰ ਇਹ ਆ, ਉਹ ਕਹਿੰਦੇ ਵੀ ਜਦੋਂ ਇਹਨੂੰ ਮੜਿਆ ਜਾਂਦਾ, ਇਹਦੇ ਪੁੜਿਆਂ ਨੂੰ ਮੜਿਆ ਜਾਂਦਾ, ਤਾਂ ਉਹ ਪੁੜਿਆਂ ਦੇ ਵਿੱਚ ਕੀ ਹੁੰਦਾ, ਇੱਕ ਇੱਕ ਉਂਗਲ ਦੇ ਗੈਪ ਤੇ 40 ਸੁਰਾਖ ਕਰ ਲਏ ਜਾਂਦੇ ਆ, ਤੇ ਉਹਦੇ ਵਿੱਚ ਦੀ ਮੜਿਆ ਜਾਂਦਾ। ਹੁਣ ਜਦੋਂ ਅਸੀਂ ਦੂਜੇ ਪਾਸੇ ਜਾਂਦੇ ਆ ਤਾਂ ਸਾਡੇ ਕੋਲੇ ਬੁਝਾਰਤਾਂ ਅਸੀਂ ਕਹਿੰਦੇ ਆ, ਰੋਡਾ ਭੋਡਾ ਵਹਿੜਕਾ ਹਲਵਾਵੇ ਟਿੱਬੇ ਢਾਵੇ, 80 ਉਹਦੇ ਨੱਥਾਂ ਪਾਈਆਂ ਅਜੇ ਗੁੜਕਦਾ ਜਾਵੇ, ਜਾਂ ਕੁਛ ਬੁਝਾਰਤਾਂ ਕਹਿੰਦੇ ਨੇ 40 ਉਹਦੇ ਨੱਥਾਂ ਪਾਈਆਂ ਅਜੇ ਭੜਕਦਾ ਜਾਵੇ। ਤਾਂ ਹੁਣ ਜਦੋਂ ਦੇਖੋ, ਜੇ ਆਪਾਂ ਦੋਨਾਂ ਪਾਸਿਆਂ ਦੀਆਂ ਨੱਥਾਂ ਲਾ ਲੈਂਦੇ ਆ ਤਾਂ 80 ਬਣ ਗਈਆਂ, ਤੇ ਜੇ ਇੱਕ ਪਾਸੇ ਦੀਆਂ 40 ਬਣ ਗਈਆਂ। ਤਾਂ ਅਸੀਂ ਜਦੋਂ ਇਹਨੂੰ ਜੋੜਿਆ ਇਸ ਗੱਲ ਨਾਲ ਵੀ ਉਹ ਸਾਜ਼ ਉਹ ਹੈ, ਤਾਂ ਉਹਦਾ ਉੱਤਰ ਆਪਾਂ ਅੱਜ ਵੀ ਢੋਲ ਕਹਿੰਦੇ, ਉਦੋਂ ਵੀ ਢੋਲ ਕਹਿੰਦੇ ਸੀ। ਤਾਂ ਅਸੀਂ ਅੰਸ਼ਿਕ ਰੂਪ ਦੇ ਵਿੱਚ ਸਾਨੂੰ ਇੱਥੋਂ ਲੱਗਿਆ ਵੀ ਢੋਲ ਇਹਦੇ ਨਾਲ ਜੁੜ ਜਾਂਦਾ। ਫਿਰ ਅੱਗੇ ਜਿਵੇਂ ਜਿਵੇਂ ਚੱਲਦੇ ਆ, ਅਸੀਂ ਜਦੋਂ ਇੱਥੇ ਜਿਹੜੇ ਪਰਸ਼ੀਅਨ ਲੋਕ ਆਉਂਦੇ ਆ, ਉਹ 8ਵੀਂ ਸਦੀ ਤੋਂ ਬਾਅਦ ਐਂਟਰ ਕਰਨਾ ਸ਼ੁਰੂ ਕਰਦੇ, ਤਾਂ ਉਹ ਇੱਕ ਆਪਣੇ ਨਾਲ ਦੋਹਲ ਸਾਜ਼ ਲੈ ਕੇ ਆਉਂਦੇ। ਉਹਦੀ ਇੰਟਰਨੈਟ ਦੇ ਉੱਪਰ ਜਦੋਂ ਦੇਖਦੇ ਤਾਂ ਉਹਦੀ ਸਟੱਡੀ ਉਹ ਵੀ ਉਹਨਾਂ ਦੀ ਵੀ ਮਿਲ ਜਾਂਦੀ ਹੈ। ਤਾਂ ਉਹ ਜਦੋਂ ਉਹ ਦੋਹਲ ਸਾਜ਼ ਆ ਜਿਹੜਾ, ਦੋਹਲ ਆਪਣੇ ਆਪ ਦੇ ਵਿੱਚ ਕੀ ਹੈ ਜੀ, ਉਹ ਵੀ ਇੱਕ ਢੋਲ ਵਰਗਾ ਹੀ ਸਾਜ਼ ਹੈ, ਲੇਕਿਨ ਦੋਹਲ ਆ ਉਹ, ਤਾਂ ਉਹ ਇੱਕ ਫਾਰਸੀ ਦਾ ਸ਼ਬਦ ਹੈ। ਤਾਂ ਫਿਰ ਇਸ ਸਦੀ ਤੋਂ ਬਾਅਦ, ਯਾਨੀ ਆਪਾਂ ਇਹ ਕਹਿ ਸਕਦੇ ਹਾਂ 12ਵੀਂ ਸਦੀ ਤੋਂ ਬਾਅਦ ਆ ਜਿਹੜਾ ਅਜੋਕਾ ਢੋਲ ਆ, ਇਹ ਆਪਣਾ ਰੂਪ ਆ ਜਿਹੜਾ ਇਹਦੇ ਤੋਂ ਦੁਦੰਬੀ ਤੋਂ ਪਰਿਵਰਤਿਤ ਰੂਪ ਹੈ, ਤੇ ਮਰਦੰਗ ਮੁਰਦਲ ਦੇ ਰਾਹੀਂ ਅਜੋਕਾ ਢੋਲ ਆ ਜਿਹੜਾ ਆਪਣਾ ਰੂਪ ਗ੍ਰਹਿਣ ਕਰਦਾ। ਜੀ ਗਿੰਦਰ ਸਿੰਘ ਜੀ, ਮੈਂ ਜਾਣਨਾ ਚਾਹੁੰਦਾ ਸੀ ਕਿ ਤੁਸੀਂ ਇੱਕ ਲੰਮਾ ਇਤਿਹਾਸ ਢੋਲ ਦਾ ਦੱਸਿਆ ਕਿ ਉਹ ਤਬਦੀਲੀਆਂ ਉਹ 'ਚ ਵਾਪਰਦੀਆਂ ਰਹੀਆਂ। ਸਮਕਾਲ ਦੇ ਵਿੱਚ ਬਾਕੀ ਚੀਜ਼ਾਂ ਬੜੀਆਂ ਤੇਜ਼ੀ ਨਾਲ ਵਾਪਰ ਰਹੀਆਂ, ਜਿਹੜੀਆਂ ਪਿਛਲੇ ਸਮੇਂ ਕਿਸੇ 100 ਸਾਲ 'ਚ ਵਾਪਰਦੀਆਂ ਸੀ ਤਬਦੀਲੀਆਂ, ਤਾਂ ਉਹ ਹੁਣ 10 ਸਾਲ 'ਚ ਵਾਪਰ ਜਾਂਦੇ ਆ। ਤੇ ਹੁਣ ਢੋਲ ਦੇ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਕੋਈ ਤਬਦੀਲੀਆਂ ਵਾਪਰੀਆਂ, ਉਹਦੇ ਰੂਪ ਨੂੰ ਲੈ ਕੇ ਜਾਂ ਉਹਦੀਆਂ ਤਾਲਾਂ ਨੂੰ ਲੈ ਕੇ, ਕੁਝ ਨਵੀਆਂ ਤਾਲਾਂ ਆਜ਼ਾਦ ਕੀਤੀਆਂ ਹੁਣ, ਜਾਂ ਉਹਦਾ ਰੂਪ ਨੂੰ ਲੈ ਕੇ? ਉਹਦੇ ਵਿੱਚ ਦੇਖੋ ਬਹੁਤ ਪਰਿਵਰਤਨ ਹੋਏ ਆ ਜੀ, ਤੇ ਇਹ ਲਗਾਤਾਰ ਹੋ ਵੀ ਰਹੇ ਆ ਜੀ। ਹੁਣ ਜਦੋਂ ਅਸੀਂ ਪਹਿਲਾਂ ਦੇ ਅੱਜ ਤੋਂ ਕੁਝ ਟਾਈਮ, ਮੈਂ ਇੱਕ ਜਦੋਂ ਪੁਰਾਣੇ ਢੋਲੀਆਂ ਨਾਲ ਮੁਲਾਕਾਤ ਕੀਤੀ ਹੈ ਜੀ, ਬਜ਼ੁਰਗ ਢੋਲੀ ਆ, ਪਹਿਲਾਂ ਦੇ ਢੋਲ ਵਜਾਉਂਦੇ ਆ, ਉਹ ਹੁਣ ਜਦੋਂ ਕਹਿੰਦੇ ਵੀ ਅਸੀਂ ਜਦੋਂ ਢੋਲ ਵਜਾਉਂਦੇ ਸੀ ਤਾਂ ਵੱਡੇ ਢੋਲ ਸੀ, ਯਾਨੀ ਢਿੱਡਾਂ ਵਾਲੇ ਢੋਲ ਕਹਿੰਦੇ ਉਹਨੂੰ। ਢਿੱਡਾਂ ਵਾਲੇ ਢੋਲ ਉਹ ਇਸ ਕਰਕੇ ਕਹਿੰਦੇ ਆ ਵੀ ਉਹਨਾਂ ਦਾ, ਕਿਉਂਕਿ ਜਦੋਂ ਸਾਈਜ਼ ਵੱਡਾ ਸੀ ਤਾਂ ਆਵਾਜ਼ ਜ਼ਿਆਦਾ ਸੀ, ਠੀਕ ਹੈ।
ਆਵਾਜ਼ ਹੁਣ ਜਦੋਂ ਖੁੱਲੇ ਪਿੰਡ ਦੇ ਵਿੱਚ ਢੋਲ ਨੇ ਵੱਜਣਾ ਜਾਂ ਜਦੋਂ ਢੋਲ ਨੇ ਦੂਰ ਤੱਕ ਉਹਦੀ ਆਵਾਜ਼ ਦੇਣੀ ਹੈ, ਉਸ ਦੇ ਲਈ ਉਹ ਸਾਜ਼ ਵੱਡਾ ਹੋਣਾ ਜ਼ਰੂਰੀ ਹੈ। ਤਾਂ ਉਹ ਸਾਜ਼ ਵੱਡਾ ਸੀ। ਹੁਣ ਦੂਜੇ ਪਾਸੇ ਜਦੋਂ ਤੁਸੀਂ ਬਦਲਣ ਦੀ ਗੱਲ ਕੀਤੀ ਹੈ, ਹੁਣ ਸਾਡੇ ਕੋਲੇ ਜਦੋਂ ਇਲੈਕਟ੍ਰੋਨਿਕ ਇਹ ਪਹਿਲੀ ਗੱਲ ਤਾਂ ਸਾਰਾ ਸਿਸਟਮ ਹੋ ਗਿਆ, ਠੀਕ ਹੈ, ਸਾਊਂਡ ਸਿਸਟਮ ਆ ਗਿਆ ਸਾਡੇ ਕੋਲੇ। ਹੁਣ ਜਦੋਂ ਢੋਲ ਦਾ ਚਾਹੇ ਉਹ ਨਹੀਂ ਛੋਟਾ ਹੈ, ਆਕਾਰ ਛੋਟਾ ਤੇ ਉਹਦੇ ਅੱਗੇ ਮਾਈਕ ਲੱਗਿਆ ਹੋਇਆ, ਤਾਂ ਉਹਦੀ ਆਵਾਜ਼ ਨੂੰ ਤਾਂ ਮਾਈਕ ਨਹੀਂ ਕੰਟਰੋਲ ਕਰਨਾ ਜਾਂ ਉਹ ਸਿਸਟਮ ਨਹੀਂ ਕੰਟਰੋਲ ਕਰਨਾ, ਤਾਂ ਉੱਥੇ ਉਹ ਮੈਟਰ ਨਹੀਂ ਕਰ ਰਿਹਾ, ਉਹਦਾ ਸਾਈਜ਼ ਨਹੀਂ ਮੈਟਰ ਕਰ ਰਿਹਾ। ਹਾਂ, ਸਾਈਜ਼ ਨਹੀਂ ਮੈਟਰ ਕਰ ਰਿਹਾ, ਇਸ ਲਈ ਉਹਦਾ ਸਾਈਜ਼ ਘਟ ਗਿਆ। ਤੇ ਉਸ ਲਈ ਜਿਹੜੇ ਦਾ ਪੁਰਾਣੇ ਢੋਲੀ ਆ, ਇੱਕ ਢੋਲੀ ਤਾਂ ਮੈਨੂੰ ਇਹ ਵੀ ਕਹਦੇ ਵੀ ਹੁਣ ਇਹਨਾਂ ਨੇ ਐਡੇ ਛੋਟੇ ਰੂਪ ਬਣਾ ਕੇ ਵੀ ਢੋਲ ਦਾ ਰੂਪ ਵਿਗਾੜਤਾ, ਤੇ ਉਹਨਾਂ ਨੂੰ ਐਕਚੁਅਲੀ ਜਿਹੜੇ ਪੁਰਾਣੇ ਢੋਲੀ ਉਹਨਾਂ ਨੂੰ ਲੱਗਦਾ ਹੈ ਰੂਪ ਵਿਗੜ ਗਿਆ, ਤੇ ਇਸ ਲਈ ਇਹਦੇ ਵਿੱਚ ਪਰਿਵਰਤਨ, ਇਹ ਕਾਫੀ ਪਰਿਵਰਤਨ ਹੈ, ਇਹਨਾਂ ਚੀਜ਼ਾਂ ਦਾ ਵੀ ਪਰਿਵਰਤਨ ਆ, ਜਾਂ ਇਲੈਕਟ੍ਰੋਨਿਕ ਢੋਲ ਆਪਣੇ ਆਪ ਵਿੱਚ ਆ ਗਿਆ। ਮੈਂ ਢੋਲ ਦੀ ਬਣਤਰ ਬਾਰੇ ਜਾਣਨਾ ਚਾਹੁੰਦਾ ਸੀ ਕਿ ਬਣਤਰ ਰੂਪ ਇਹਦਾ ਕਿਹੋ ਜਿਹਾ ਹੁੰਦਾ ਹੈ, ਇਹੋ ਜਿਹੇ ਉਹਨਾਂ ਦੇ ਜਿਹੜੇ ਬਣਤਰ ਦੇ ਵੱਖ-ਵੱਖ ਪੋਰਸ਼ਨ ਨੇ, ਉਹਨਾਂ ਦੇ ਕੀ ਨਾਮ ਹੁੰਦੇ ਆ, ਕੀ ਬੋਲਿਆ ਜਾਂਦਾ ਉਹਨਾਂ ਨੂੰ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਅਸਲ ਦੇ ਵਿੱਚ ਦੇਖੋ, ਇਹ ਵੀ ਜਿਹੜੀਆਂ ਇਹ ਗੱਲਾਂ ਦੱਸੀਆਂ ਹੋਈਆਂ, ਜਾਂ ਤਾਂ ਇਹ ਮੈਂ ਪੜ੍ਹੀਆਂ ਵੀ ਇਹ ਗੱਲਾਂ, ਤੇ ਦੂਜਾ ਮੈਂ ਧੰਨਵਾਦੀ ਉਹਨਾਂ ਢੋਲੀਆਂ ਦਾ, ਪੁਰਾਣੇ ਢੋਲੀਆਂ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਇਹ ਗਿਆਨ ਮੈਨੂੰ ਦਿੱਤਾ। ਤਾਂ ਉਹ ਜਿਹੜਾ ਢੋਲ ਦਾ ਇੱਕ ਸਾਈਡ ਵੱਡੀ ਹੁੰਦੀ ਹੈ, ਇੱਕ ਛੋਟੀ ਹੁੰਦੀ ਹੈ। ਜਿਹੜਾ ਵੱਡਾ ਪਾਸਾ ਉਸ ਨੂੰ ਡੱਗਾ ਕਿਹਾ ਜਾਂਦਾ ਹੈ, ਤੇ ਜਿਹੜਾ ਉਸਦਾ ਛੋਟਾ ਪਾਸਾ ਉਸ ਨੂੰ ਤੀਲੀ ਕਿਹਾ ਜਾਂਦਾ, ਠੀਕ ਹੈ। ਉਹ ਜਿਹੜਾ ਉਹਦੇ ਲਈ ਵਜਾਉਣ ਲਈ ਯੰਤਰ ਵੀ ਹੈ, ਉਹ ਇੱਕ ਪਾਸੇ ਵੱਡਾ ਵਜਾਉਣ ਵਾਲਾ ਯੰਤਰ ਹੈ, ਜਿਹੜਾ ਡੱਗੇ ਵਾਲੇ ਪਾਸੇ ਨੂੰ ਡੱਗਾ ਕਹਿੰਦੇ ਆ, ਤੀਲੀ ਵਾਲੇ ਪਾਸੇ ਨੂੰ ਤੀਲੀ। ਤੇ ਇਹਨਾਂ ਦੇ ਸਾਈਜ਼ ਦੇ ਵਿੱਚ ਅੰਤਰ ਹੁੰਦਾ, 1 ਤੋਂ ਅੱਧੇ ਇੰਚ ਦਾ ਲਗਭਗ ਇਹਦੇ ਵਿੱਚ ਅੰਤਰ ਜੀ। ਤੇ ਜਿਹੜਾ ਤੁਸੀਂ ਉਹ ਡੱਗਾ ਤੇ ਤੀਲੀ ਵਰਤ ਰਹੇ ਹੋ, ਜਿੱਥੇ ਉਹ ਵੱਜਦਾ, ਉਹ ਵੀ ਕੋਈ ਇੱਕ ਵਿਸ਼ੇਸ਼ ਕੋਈ ਖੱਲ ਹੁੰਦੀ ਹੈ? ਅੱਜ ਕੱਲ ਤਾਂ ਮੇਰੇ ਖਿਆਲ ਨਾਲ ਪਲਾਸਟਿਕ ਦੀਆਂ ਵੀ ਆਉਣ ਲੱਗ ਗਈਆਂ, ਦੋਨੇ ਪਾਸੇ ਪੁੜੇ, ਜਿਹੜੇ ਪੁੜੇ ਆ ਉਹ ਦੋਨੇ ਪਲਾਸਟਿਕ ਦੇ ਆਉਣ ਲੱਗ ਗਏ, ਉਹਨਾਂ ਬਾਰੇ ਜ਼ਰੂਰ ਸਾਨੂੰ ਦੱਸੋ। ਹਾਂ, ਉਹ ਵੀ ਅਸਲ ਦੇ ਵਿੱਚ ਇੱਕ ਚੀਜ਼ ਇਹ ਹੈ, ਜਿਹੜਾ ਦੇਖੋ ਹੁਣ ਜਿਹੜਾ ਪੰਜਾਬ ਦਾ ਢੋਲ ਹੈ, ਉਹਨੂੰ ਜਿਹੜੀ ਇਹ ਵੀ ਢੋਲੀਆਂ ਤੇ ਹੋਈ ਗੱਲ ਆ, ਇਹ ਉਹਨਾਂ ਵੱਲੋਂ ਹੀ ਕਰਦਾ ਮੈਂ, ਜਿਹੜਾ ਉਹਦੀ ਇੱਕ ਸਾਈਡ ਤੇ ਜਿਹੜੀ ਖੱਲ ਪਾਈ ਜਾਂਦੀ ਹੈ ਡੱਗੇ ਵਾਲੇ ਪਾਸੇ, ਉਹ ਖੱਲ ਪਾਈ ਜਾਂਦੀ ਹੈ ਬੱਕਰੇ ਦੀ। ਹਾਂ ਜੀ, ਉਹਦਾ ਵੀ ਇੱਕ ਖਾਸ ਵਜ਼ਨ ਆਪਣੇ ਆਪ ਦੇ ਵਿੱਚ ਢੋਲੀ ਮੰਨਦੇ ਵੀ, ਇੱਕ ਖਾਸ ਵਜ਼ਨ ਦੀ ਹੁੰਦੀ ਹੈ, ਤਾਂ ਉਹ ਸਹੀ ਬੋਲਦੀ ਹੈ। ਦੂਸਰੇ ਪਾਸੇ ਪਾਈ ਜਾਂਦੀ ਹੈ ਪੱਠ ਦੀ, ਯਾਨੀ ਫੀਮੇਲ, ਜਿਹੜੀ ਆਪਾਂ ਬੱਕਰੀ ਕਹਿ ਸਕਦੇ ਹਾਂ, ਛੋਟੀ ਉਹਦੀ ਪਾਈ ਜਾਂਦੀ ਹੈ। ਤਾਂ ਉਹ ਢੋਲੀਆਂ ਦਾ ਮੰਨਣਾ ਇਹ ਹੈ ਵੀ ਇਹਦੀ ਜਿਹੜੀ ਆਵਾਜ਼ ਹੈ ਉਹ ਮਿੱਠੀ ਹੁੰਦੀ ਹੈ, ਪੱਠ ਦੀ ਪਾਈ ਜਾਂਦੀ ਹੈ, ਠੀਕ ਹੈ। ਹੁਣ ਦੂਸਰੇ ਪਾਸੇ ਜਦੋਂ ਇਹ ਆਪਾਂ ਇਹਦੀ ਕਰਦੇ ਆ ਪਲਾਸਟਿਕ ਦੇ ਪੁੜਿਆਂ ਦੀ, ਤਾਂ ਹੁਣ ਇਸ ਗੱਲੋਂ ਵੀ ਜਿਹੜੇ ਪੁਰਾਣੇ ਢੋਲੀ ਚਿੰਤਤ ਹੈ ਵੀ ਇਹ ਢੋਲ ਦਾ ਰੂਪ ਇੱਥੇ ਵੀ ਵਿਗੜ ਰਿਹਾ। ਪਰ ਹੁਣ ਜਿਹੜੇ ਗੱਲ ਆਪਾਂ ਜਦੋਂ ਇਲੈਕਟ੍ਰੋਨਿਕ ਫਿਰ ਇਹ ਕਰਦੇ ਆ, ਜਦੋਂ ਇਹ ਸਿਸਟਮ ਆ ਜਾਂਦਾ, ਇਹ ਆਪਣੇ ਆਪ 'ਚ ਫਿਰ ਉਹਨੂੰ ਕੰਟਰੋਲ ਕਰਦਾ, ਤੇ ਫਿਰ ਜਿਹੜੇ ਇੱਕ ਢੋਲੀ ਦਾ ਇਹ ਵੀ ਮੰਨਦੇ ਆ ਵੀ ਜੇਕਰ ਕੋਈ ਢੋਲੀ ਚੰਗਾ ਤਾਂ ਉਹਨੂੰ ਵੀ ਸੁਰ ਕਰ ਲੈਂਦਾ, ਅਦਰਵਾਈਜ਼ ਕਹਿੰਦੇ ਉਹਨੂੰ ਸੁਰ 'ਚ ਦਿੱਕਤ ਆ। ਪਰ ਜਿਹੜਾ ਹਾਲ ਦੀ ਘੜੀ ਆ, ਜਿਹੜਾ ਇਹ ਸਾਰੇ ਢੋਲੀ ਉਹ ਵਰਤ ਰਹੇ ਆ, ਤਾਂ ਉਹ ਪ੍ਰਚਲਿਤ ਆ ਹੁਣ ਜੀ। ਮੇਰੇ ਇੱਕ ਮਨ 'ਚ ਹੋਰ ਸਵਾਲ ਆ ਰਿਹਾ ਸੀ ਕਿ ਤੁਸੀਂ ਇੰਨੇ ਵਿਸਥਾਰ ਦੇ ਨਾਲ ਢੋਲ ਬਾਰੇ ਦੱਸ ਰਹੇ ਹੋ, ਤੁਸੀਂ ਖੁਦ ਵੀ ਵਜਾ ਲੈਂਦੇ ਹੋ ਢੋਲ? ਮੈਂ ਢੋਲ ਅਸਲ ਦੇ ਵਿੱਚ ਜਿਹੜੀ ਢੋਲਕ ਹੈ, ਢੋਲਕ ਮੈਂ ਵਜਾ ਲੈਣਾ, ਤੇ ਉਹ ਪ੍ਰੋਫੈਸ਼ਨਲੀ ਤੌਰ ਤੇ ਵੀ ਵਜਾ ਲੈਣਾ, ਠੀਕ ਤਰ੍ਹਾਂ ਨਾਲ, ਮਤਲਬ ਇਹ ਵੀ ਨਹੀਂ ਕੋਈ ਬਹੁਤ ਜ਼ਿਆਦਾ ਵੱਡੀ, ਪਰ ਮੈਂ ਉਹ ਵਜਾ ਲੈਣਾ, ਠੀਕ ਹੈ, ਢੋਲਕ ਵਜਾ ਲੈਣਾ। ਤੇ ਮੈਨੂੰ ਜਿਹੜੇ ਢੋਲ ਦੇ ਇਸ ਤਰ੍ਹਾਂ ਦੀਆਂ ਤਾਲਾਂ ਜਿਹੜੀਆਂ, ਉਹ ਮੈਂ ਉਹਦੇ ਉੱਪਰ ਪਲੇ ਕਰਦਾ ਜੀ। ਤੇ ਮੇਰਾ ਆਖਰੀ ਸਵਾਲ ਹੈ ਡਾਕਟਰ ਸਾਹਿਬ ਤੁਹਾਨੂੰ, ਕਿ ਜਿਹੜਾ ਤੁਹਾਡਾ ਖੋਜ ਕਾਰਜ ਹੈ, ਇਹਦੀ ਸੱਭਿਆਚਾਰਕ ਮਹੱਤਤਾ ਕੀ ਹੈਗੀ ਹੈ? ਸੱਭਿਆਚਾਰਕ ਮਹੱਤਤਾ ਐਕਚੁਅਲੀ ਮੈਂ ਜਿਹੜੀ ਵੇਖਣ ਦੀ ਗੱਲ ਇਹੀ ਕਰੀ ਹੈ, ਜਦੋਂ ਮੈਂ ਇਸ ਅਧਿਐਨ ਵਿਧੀ ਦੇ ਰਾਹੀਂ ਅਸੀਂ ਢੋਲ ਨੂੰ ਦੇਖਿਆ, ਤਾਂ ਇਸ ਅਧਿਐਨ ਵਿਧੀ ਦੇ ਵਿੱਚ ਦੀ ਗੁਜ਼ਰਦਿਆਂ ਜਿਹੜੇ ਢੋਲ ਵੱਜਣ ਦੇ ਅਰਥ ਸੰਚਾਰ ਹੈ, ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਇਹਦੇ ਵਿੱਚ ਸਾਡੇ 'ਚ ਕਿਤੇ ਚੂਕ ਹੋਈ ਹੋਵੇ, ਕਿਉਂਕਿ ਇਹ ਐਕਚੁਅਲੀ ਜਿਹੜਾ ਹੁਣ ਪ੍ਰੈਕਟੀਕਲੀ ਢੋਲੀਆਂ ਦਾ ਮਸਲਾ, ਤੇ ਅਸੀਂ ਉਹਨਾਂ ਤੋਂ ਗਿਆਨ ਲੈ ਕੇ ਉਸ ਨੂੰ ਆਪਣੇ ਉਹਦੇ 'ਚ ਪਾਇਆ, ਪਰ ਜਿਹੜਾ ਅਸੀਂ ਇਹਦੇ ਸੱਭਿਆਚਾਰਕ ਅਰਥ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਉਹ ਲਈ ਹੈ। ਹੁਣ ਦੇਖੋ, ਜਦੋਂ ਕੋਈ ਵੀ ਸਕੂਲ ਦਾ ਨਤੀਜਾ ਆ ਜਾਂਦਾ ਜਾਂ ਕੋਈ ਇਲੈਕਸ਼ਨ ਹੁੰਦੇ ਆ, ਤਾਂ ਅਸੀਂ ਅਖਬਾਰ ਦੇ ਵਿੱਚ ਦੇਖਦੇ ਆ, ਉਸ ਤੋਂ ਅਗਲੇ ਦਿਨ ਬੱਚਿਆਂ ਨੇ ਗਲ 'ਚ ਢੋਲ ਪਾਇਆ ਹੁੰਦਾ, ਤੇ ਜਾਂ ਫਿਰ ਉਹ ਲੀਡਰ ਆ ਜਿਹੜੇ ਜਿੱਤੇ ਹੁੰਦੇ ਉਹਨਾਂ ਨੇ ਗਲ 'ਚ ਢੋਲ ਪਾਇਆ ਹੁੰਦਾ। ਹੁਣ ਉਹਦੇ ਵਿੱਚੋਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਉਹ ਲੀਡਰ ਜਾਂ ਉਹ ਬੱਚੇ ਢੋਲ ਵਜਾ ਰਹੇ ਆ। ਹੁਣ ਉੱਥੇ ਢੋਲ ਗਲ ਦੇ ਵਿੱਚ ਪਾਇਆ ਹੋਇਆ, ਤਾਂ ਢੋਲ ਗਲ ਦੇ ਵਿੱਚ ਲਟਕਾ ਕੇ ਉਹਦੀ ਫੋਟੋ ਅਖਬਾਰ ਦੇ ਵਿੱਚ ਲੱਗੀ ਹੋਈ ਹੈ, ਤੇ ਢੋਲ ਅਰਥ ਇਹ ਨਹੀਂ ਦੇ ਰਿਹਾ ਵੀ ਉਹ ਢੋਲ ਵਜਾਉਣਗੇ, ਉੱਥੇ ਅਰਥ ਇਹ ਦੇ ਰਿਹਾ, ਕਿਉਂਕਿ ਢੋਲ ਨਾ ਉੱਥੇ ਜਿੱਤ ਦੇ ਅਰਥ, ਜਿੱਤ ਜਾਂ ਜਸ਼ਨ ਦਾ ਪ੍ਰਤੀਕ, ਹਾਂ, ਜਸ਼ਨ ਦਾ ਪ੍ਰਤੀਕ ਵੀ ਕਹਿ ਸਕਦੇ ਹਾਂ। ਅਸਲ ਦੇ ਵਿੱਚ ਉਹ ਜਿੱਤ ਦੇ ਅਰਥ ਹੈ, ਕਿਉਂ ਉਹਦਾ ਕਾਰਨ ਇਹ ਹੈ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਢੋਲ ਹਮੇਸ਼ਾ ਜਿੱਤ ਦੀਆਂ ਧਿਰਾਂ ਵੱਲ ਰਿਹਾ। ਮਤਲਬ ਇਹ ਜਦੋਂ ਮੈਂ ਪੰਜਾਬ ਦੇ ਕੰਟੈਕਸਟ ਦੇ ਵਿੱਚ ਗੱਲ ਕਰਦਾ, ਤਾਂ ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਹੈ
ਜਿਹੜਾ ਕਿ ਭਾਰਤ ਦੇ ਉੱਪਰ ਹਮਲਾਵਰਾਂ ਦਾ ਪ੍ਰਵੇਸ਼ ਦੁਆਰ ਹੈ। ਤਾਂ ਇੱਥੇ ਪਹਿਲਾ ਹਮਲਾਵਰ ਪੰਜਾਬ ਚੋਂ ਐਂਟਰ ਕਰਦੇ ਆ, ਤਾਂ ਉਹ ਜਦੋਂ ਐਂਟਰ ਕਰਦੇ ਆ ਤਾਂ ਪੰਜਾਬ ਦੇ ਵਿੱਚ ਜਿਹੜਾ ਢੋਲ ਸੀ, ਢੋਲ ਉਹਨਾਂ ਨੂੰ ਬੁਨਿਆਦੀ ਤੌਰ ਤੇ ਤਾਂ ਪਹਿਲਾਂ ਤਾਂ ਬੁਨਿਆਦੀ ਦਾ ਕੰਮ ਕਰਦਾ ਸੀ, ਉਹਨਾਂ ਨੂੰ ਸੂਚਿਤ ਕਰਦਾ ਸੀਗਾ। ਢੋਲ ਦੇ ਉੱਪਰ ਡੱਗਾ ਲੱਗ ਜਾਣਾ ਜਾਂ ਨਗਾਰੇ ਤੇ ਲੱਗ ਜਾਣਾ। ਫਿਰ ਜਦੋਂ ਜੰਗ ਦਾ ਆਗਾਜ਼ ਹੁੰਦਾ ਸੀ ਤਾਂ ਢੋਲ ਤੇ ਲੱਗਾ ਲੱਗ ਜਾਂਦਾ ਸੀ। ਤਾਂ ਹੁਣ ਉਹੀ ਢੋਲੀ ਉਹੀ ਜਦੋਂ ਕੋਈ ਉਹਨਾਂ ਦੇ ਵਿੱਚ ਜਿਹੜੀ ਧਿਰ ਜਿੱਤਦੀ ਸੀ ਤਾਂ ਢੋਲ ਉਹਨਾਂ ਦੇ ਜਸ਼ਨ 'ਚ ਮੌਜੂਦ ਹੋ ਜਾਂਦਾ ਸੀ, ਤਾਂ ਢੋਲ ਉਹਨਾਂ ਵੱਲ ਹੋ ਜਾਂਦਾ ਸੀ। ਤਾਂ ਉਹ ਢੋਲ ਜਿੱਤਦੀਆਂ ਧਿਰਾਂ ਵੱਲ ਹੈ। ਤੇ ਇਹ ਸੱਭਿਆਚਾਰਕ ਉਹਦੇ 'ਚ ਦੇਖੀ ਗਿਆ ਸੀ, ਤਾਂ ਉੱਥੇ ਇਹ ਅਰਥ ਸੰਚਾਰ। ਜੀ ਜੀ ਜੀ। ਦੋਸਤੋ, ਅਸੀਂ ਅੱਜ ਗੱਲਬਾਤ ਕਰ ਰਹੇ ਸੀ ਡਾਕਟਰ ਗਿੰਦਰ ਸਿੰਘ ਜੀ ਨਾਲ, ਜਿਨ੍ਹਾਂ ਨੇ ਢੋਲ ਉੱਤੇ ਆਪਣਾ PhD ਦਾ ਖੋਜ ਕਾਰਜ ਕੀਤਾ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਫੇਰ ਕਿਸੇ ਨਵੇਂ ਖੁਜਾਰਥੀ ਨੂੰ ਤੁਹਾਡੇ ਰੂਬਰੂ ਕਰਾਵਾਂਗੇ। ਬਹੁਤ ਬਹੁਤ ਸ਼ੁਕਰੀਆ।